ਲੜੀਵਾਰ ਕਥਾ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਆਪਾਂ ਪਿਛਲੇ ਕੁਝ ਦਿਨਾਂ ਤੋਂ ਵਿਚਾਰ ਰਹੇ ਹਾਂ। ਰਾਗ ਧਨਾਸਰੀ ਵਿੱਚ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਅੱਜ ਆਪਾਂ ਪ੍ਰਾਰੰਭ ਕਰਨੇ ਹਨ। 684 ਅੰਗ ਤੇ ਗਰੀਬ ਨਵਾਜ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਹਨ। ਨਾਵੇਂ ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਤ੍ਰੈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਹਾਂਜੀ। ਧਨਾਸਰੀ ਮਹੱਲਾ ਨਾਵਾਂ। ਕਾਹੇ ਰੇ ਬਨ ਖੋਜਨ ਜਾਈ। ਰਾਗ ਧਨਾਸਰੀ ਹੈ ਔਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਹਨ। ਕਾਹੇ ਰੇ ਬਨ ਖੋਜਨ ਜਾਈ। ਕਾਹਦੇ ਲਈ? ਤੂੰ ਜੰਗਲਾਂ ਵਿੱਚ ਲੱਭਣ ਜਾ ਰਿਹਾ। ਬਨ ਨਾਮ ਜੰਗਲ ਦਾ ਹੈ। ਤੂੰ ਬਨ ਜੰਗਲ ਦੇ ਵਿੱਚ ਜਾ ਕੇ ਕੀ ਲੱਭਣ ਜਾ ਰਿਹਾ ਭਾਈ? ਉੱਥੇ ਕੀ ਹੈ ਜੋ ਤੂੰ ਲੱਭ ਰਿਹਾ? ਉੱਥੇ ਤਾਂ ਜਾਵੇਂ, ਜੰਗਲ ਵਿੱਚ ਤਾਂ ਲੱਭਣ ਲਈ ਜਾਵੇਂ ਜੇ ਇੱਥੇ ਨਾ ਹੋਵੇ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਵੇ। ਉੱਥੇ ਤਾਂ ਜਾਈਏ ਜੇ ਇੱਥੇ ਨਾ ਹੋਵੇ। ਹੇ ਭਾਈ, ਤੂੰ ਜੰਗਲਾਂ ਵਿੱਚ ਕੀ ਲੱਭਣ ਜਾ ਰਿਹਾ? ਬਨਾਂ ਵਿੱਚ ਕੀ ਖੋਜਣ ਜਾ ਰਿਹਾ? ਪੁੱਛਦੇ ਆ ਸਤਿਗੁਰੂ ਤੇ ਫਿਰ ਦੱਸਦੇ ਆ ਵੀ ਜਿਸ ਨੂੰ ਤੂੰ ਬਨਾਂ ਵਿੱਚ ਜੰਗਲਾਂ ਵਿੱਚ ਜਾ ਕੇ ਲੱਭਣ ਦਾ ਯਤਨ ਕਰ ਰਿਹਾ ਉਹ ਕਿੱਥੇ ਹੈ? ਹਾਂਜੀ। ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ। ਉਹ ਤਾਂ ਸਾਰਿਆਂ ਵਿੱਚ ਨਿਵਾਸ ਕਰਦਾ। ਸਰਬ ਨਿਵਾਸੀ ਜਿਸ ਨੂੰ ਤੂੰ ਬਨਾਂ ਵਿੱਚ ਜੰਗਲਾਂ ਵਿੱਚ ਜਾ ਕੇ ਲੱਭਣ ਦਾ ਯਤਨ ਕਰ ਰਿਹਾ ਉਹ ਤਾਂ ਸਾਰਿਆਂ ਵਿੱਚ ਨਿਵਾਸ ਕਰਦਾ, ਸਾਰਿਆਂ 'ਚ ਹੀ ਰਹਿੰਦਾ। ਸਾਰਿਆਂ ਵਿੱਚ ਨਿਵਾਸ ਕਰਕੇ ਵੀ ਸਾਰਿਆਂ ਤੋਂ ਅਲੇਪ ਹੈ, ਨਿਰਲੇਪ ਹੈ। ਸਾਰਿਆਂ ਵਿੱਚ ਰਹਿੰਦਾ ਹੋਇਆ ਵੀ ਸਾਰਿਆਂ ਤੋਂ ਸਭੋ ਮੱਧ ਨਿਰਾਰੇ। ਸਾਰਿਆਂ ਦੇ ਵਿੱਚ ਰਹਿ ਕੇ ਵੀ ਸਾਰਿਆਂ ਤੋਂ ਨਿਰਾਲਾ ਹੈ, ਵੱਖਰਾ। ਐਸਾ ਨਹੀਂ ਕਿ ਸਾਰਿਆਂ ਵਿੱਚ ਮਿਲ ਕੇ ਫਿਰ ਸਾਰਿਆਂ ਵਰਗਾ ਹੀ ਹੋ ਜਾਂਦਾ। ਸਭ ਦੇ ਵਿੱਚ ਰਹਿ ਕੇ ਸਭ ਤੋਂ ਨਿਰਾਲਾ ਵੀ ਹੈ, ਵੱਖਰਾ ਵੀ ਹੈ। ਜਿਵੇਂ ਸ਼ੀਸ਼ੇ ਸਾਡੇ ਸਾਹਮਣੇ ਸੈਂਕੜੇ ਲੱਗੇ ਹੋਣ, ਸੈਂਕੜੇ ਸ਼ੀਸ਼ਿਆਂ 'ਚ ਸਾਡੀਆਂ ਸੈਂਕੜੇ ਸ਼ਕਲਾਂ ਨਜ਼ਰ ਆਉਣੀਆਂ ਨੇ। ਉਹਨਾਂ ਸੈਂਕੜੇ ਸ਼ੀਸ਼ਿਆਂ ਦੇ ਵਿੱਚ ਵੀ ਸਾਡਾ ਰੂਪ ਹੈ, ਪਰ ਉਹਦੇ ਵਿੱਚ ਨਹੀਂ ਵੀ। ਕਿਸੇ ਸ਼ੀਸ਼ੇ ਨੂੰ ਤੋੜੋ, ਭੰਨੋ ਜਾਂ ਉਹਨੂੰ ਮਲਨ ਕਰੋ ਤੇ ਉਹਦੇ ਵਿੱਚ ਜਿਹੜਾ ਸਾਡਾ ਸਰੂਪ ਹੈ, ਜਿਹੜਾ ਬਾਹਰ ਨਜ਼ਰ ਆ ਰਿਹਾ, ਉਹ ਤਾਂ ਨਹੀਂ ਭੰਨਿਆ ਜਾ ਸਕਦਾ, ਉਹ ਤਾਂ ਨਹੀਂ ਮਲਨ ਹੋ ਸਕਦਾ। ਉਹ ਤਾਂ ਵਿੱਚ ਰਹਿ ਕੇ ਵੀ ਵਿੱਚ ਉਹਦੇ ਤੋਂ ਨਿਰਾਲਾ ਵੀ ਹੈ। ਏਦਾਂ ਪ੍ਰਤੀਬਿੰਬੀ ਵਾਹਿਗੁਰੂ ਪਰਮੇਸ਼ਰ ਦਾ ਬਿੰਬ ਸਾਰਿਆਂ ਦੇ ਵਿੱਚ ਹੈ। ਉਹਦਾ ਬਿੰਬੀ ਦਾ ਪ੍ਰਤੀਬਿੰਬ ਸਾਰਿਆਂ ਵਿੱਚ ਵਰਤਦਾ, ਪਰ ਸਾਰਿਆਂ ਵਿੱਚ ਵਸ ਕੇ ਵੀ ਸਾਰਿਆਂ ਤੋਂ ਨਿਰਲੇਪ ਹੈ। ਤੋਹੀ ਸੰਗ ਸਮਾਈ। ਇਹ ਭਾਈ ਉਹ ਤੇਰੇ ਨਾਲ ਵੀ ਤਾਂ ਸਮਾਇਆ ਹੋਇਆ ਜਿਹੜਾ ਸਾਰਿਆਂ 'ਚ ਰਹਿੰਦਾ। ਤੂੰ ਵੀ ਸਾਰਿਆਂ ਵਿੱਚੋਂ ਹੀ ਆਉਣਾ ਨਾ, ਤੂੰ ਸਾਰਿਆਂ ਤੋਂ ਬਾਹਰ ਤਾਂ ਨਹੀਂ ਹੈ। ਉਹ ਤੇਰੇ ਨਾਲ ਵੀ ਸਮਾਇਆ ਹੋਇਆ, ਜਿਸ ਨੂੰ ਤੂੰ ਬਨ ਵਿੱਚ ਜੰਗਲ ਵਿੱਚ ਜਾ ਕੇ ਭਾਲਣ ਦਾ ਯਤਨ। ਬਨ ਫਿਰਤੀ ਖੋਜਤੀ ਬਸਤ ਰਹੀ ਘਰ ਬਾਰ। ਜਿਸ ਨੂੰ ਜੰਗਲਾਂ ਦੇ ਵਿੱਚ ਤਾਂ ਲੱਭਦੀ ਫਿਰਦੀਆਂ ਜੀਵ ਰੂਪੀ ਇਸਤਰੀਏ, ਉਹ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਵਸਦਾ ਹੈ। ਹਾਂਜੀ। ਰਹਾਉ ਪੋਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੀ ਛਾਈ। ਕਿਵੇਂ ਵਸਦਾ ਹੈ ਸਾਰਿਆਂ ਵਿੱਚ? ਹੁਣ ਉਹਦੀ ਉਦਾਹਰਣ ਦਿੰਦੇ ਨੇ। ਕਹਿੰਦੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਹੈ। ਫੁੱਲ ਹੁੰਦਾ ਨਾ, ਫੁੱਲ ਦੇ ਵਿੱਚ ਸੁਗੰਧੀ ਦਿਸਦੀ ਨਹੀਂ ਹੈ, ਫੁੱਲ ਦਿਸਦਾ ਹੈ, ਪਰ ਉਹਦੇ ਵਿੱਚ ਵਸਣ ਵਾਲੀ ਸੁਗੰਧੀ ਦਿਸਦੀ ਨਹੀਂ ਹੈ।
ਉਹਨੂੰ ਅਸੀਂ ਮਾਣ ਸਕਦੇ ਹਾਂ, ਨਾਸਕਾ ਦੁਆਰਾ ਵੇਖ ਨਹੀਂ ਸਕਦੇ, ਉਹ ਸੁਗੰਧੀ ਨਜ਼ਰ ਨਹੀਂ ਆਉਂਦੀ। ਮਹਾਰਾਜ ਜੀ ਕਹਿੰਦੇ ਇਹ ਦਿਸਦੇ ਹੋਏ ਪਸਾਰੇ ਨੂੰ ਅਸੀਂ ਵੇਖ ਰਹੇ ਹਾਂ, ਇਹਦੇ ਵਿੱਚ ਜੇ ਉਸ ਰੱਬ ਨੂੰ ਵੇਖਣਾ ਚਾਹੀਏ ਨਹੀਂ ਦਿਸਦਾ ਇੰਦਰੀਆਂ ਦੁਆਰਾ। ਪਰ ਬੁੱਧੀ ਦੇ ਇੱਕ ਐਸੇ ਕੋਨੇ 'ਚ ਜਿੱਥੇ ਜਾ ਕੇ ਉਸ ਨੂੰ ਅਨੁਭਵ ਕੀਤਾ ਜਾ ਸਕਦਾ ਹੈ, ਮਾਣਿਆ ਜਾ ਸਕਦਾ ਹੈ, ਪਰ ਵੇਖਿਆ ਨਹੀਂ ਜਾ ਸਕਦਾ। ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਹੈ, ਜਿਵੇਂ ਮੁਕਰ ਕਹਿੰਦੇ ਨੇ ਸ਼ੀਸ਼ੇ ਨੂੰ, ਸ਼ੀਸ਼ੇ ਦੇ ਵਿੱਚ ਜਿਵੇਂ ਪਰਛਾਵਾਂ ਦਿਸਦਾ, ਸ਼ੀਸ਼ੇ ਵਿੱਚ ਇੱਥੇ ਛਾਈ ਕਿਹਾ, ਆਪਾਂ ਪ੍ਰਤੀਬਿੰਬ ਕਹਿ ਦਿੰਨੇ ਹਾਂ। ਕਹਿੰਦੇ ਜਿਵੇਂ ਸ਼ੀਸ਼ੇ ਦੇ ਵਿੱਚ ਸਾਡੀ ਛਾਈ, ਸਾਡਾ ਪਰਛਾਵਾਂ ਦਿਸਦਾ, ਤੈਸੇ ਉਹ ਪਾਰ ਬ੍ਰਹਮ ਪਰਮੇਸ਼ਰ ਸਾਰਿਆਂ ਵਿੱਚ ਇਸੇ ਤਰ੍ਹਾਂ ਵਿਆਪਕ ਹੈ, ਸਾਰਿਆਂ ਦੇ ਵਿੱਚ ਵੀ ਔਰ ਸਾਰਿਆਂ ਤੋਂ ਨਿਰਾਲਾ ਵੀ ਹੈ। ਹਾਂਜੀ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਤੈਸੇ ਹੀ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰੇ ਅੰਦਰ ਲਗਾਤਾਰ ਇੱਕ ਰਸ ਵਰਤ ਰਿਹਾ, ਨਿਰੰਤਰ। ਨਿਰੰਤਰ ਦਾ ਮਤਲਬ ਇੱਕ ਰਸ ਸਦਾ ਤੇਰੇ ਲਈ ਤੇਰੇ ਅੰਦਰ ਵਸ ਰਿਹਾ। ਹੇ ਮੇਰੇ ਮਨਾ, ਉਹਨੂੰ ਆਪਣੇ ਅੰਦਰੋਂ ਖੋਜ, ਇਸ ਘਟ ਦੇ ਵਿੱਚੋਂ ਹੀ, ਇਸ ਸਰੀਰ ਦੇ ਵਿੱਚੋਂ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਖੋਜ। ਬਾਹਰ ਭੀਤਰ ਏਕੋ ਜਨ ਹੋ, ਇਹੋ ਗੁਰ ਗਿਆਨ ਬਤਾਈ। ਬਾਹਰ ਤੇ ਭੀਤਰ ਇਸ ਘਟ ਦੇ ਅੰਦਰ ਉਸ ਇੱਕੋ ਨੂੰ ਹੀ ਜਾਣੋ। ਬਾਬਾ ਮਹਾਦੇਵ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੇਨਤੀ ਕਰਦੇ, ਮਹਾਰਾਜ ਮੇਰਾ ਪਰਲੋਕ ਜਾਣ ਦਾ ਸਮਾਂ ਨੇੜੇ ਆ ਗਿਆ, ਤੁਸੀਂ ਗੁਰੂ ਹੋ, ਭਾਵੇਂ ਕਿ ਦੁਨਿਆਵੀ ਸੰਬੰਧ ਵਿੱਚ ਮੈਂ ਤੁਹਾਡਾ ਵੱਡਾ ਭਰਾ ਹਾਂ, ਅੱਜ ਮੈਂ ਸੇਵਕ ਤੇ ਸਿੱਖ ਬਣ ਕੇ ਤੁਹਾਡੇ ਕੋਲੋਂ ਉਪਦੇਸ਼ ਮੰਗਦਾ, ਕਿਰਪਾ ਕਰੋ ਮੈਨੂੰ ਬ੍ਰਹਮ ਦਾ ਗਿਆਨ ਪ੍ਰਦਾਨ ਕਰੋ। ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਬਾ ਮਹਾਦੇਵ ਜੀ ਨੂੰ ਲੈ ਚਿੰਤਨ ਦੁਆਰਾ ਆਪਣੀ ਸੁਰਤ ਨੂੰ ਅੰਤਰਾਤਮੇ ਜੋੜਨ ਦੇ ਵਾਸਤੇ ਉਪਦੇਸ਼ ਦਿੱਤਾ। ਲੈ ਚਿੰਤਨ ਇੱਕ ਨੂੰ ਦੂਜੇ ਵਿੱਚ ਲੈ ਕਰਦੇ ਚਲੇ ਜਾਣਾ, ਉਹਨੂੰ ਲੈ ਚਿੰਤਨ ਕਹਿੰਦੇ ਆ। ਮਾਫ ਕਰਨਾ, ਸਾਡੇ ਵਿੱਚ ਬਹੁਤ ਸਾਰੀਆਂ ਐਸੀਆਂ ਪ੍ਰਕਿਰਿਆਵਾਂ ਨੇ ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਸਾਧਕਾਂ ਵਿੱਚੋਂ। ਲੈ ਚਿੰਤਨ ਦਾ ਮਤਲਬ ਹੁੰਦਾ ਇੱਕ ਨੂੰ ਦੂਜੇ ਵਿੱਚ ਮਿਲਾ ਕੇ ਅਖੀਰ ਨੂੰ ਜੋ ਰਹਿ ਜਾਣਾ। ਜਿਵੇਂ ਬਾਹਰਲਾ ਇਹ ਤਨ ਹੈ, ਪਹਿਲਾਂ ਇਹ ਚਿੰਤਨ ਕਰਨਾ ਕਿ ਮੈਂ ਇਹ ਸਰੀਰ ਨਹੀਂ ਹਾਂ, ਮੈਂ ਇਹ ਤਨ ਨਹੀਂ ਹਾਂ, ਮੈਂ ਇਸ ਤਨ ਤੋਂ ਨਿਰਾਲਾ। ਹੁਣ ਇਸ ਤਨ ਨੂੰ ਲੈ ਕੀਤਾ ਜਾਏਗਾ ਪੰਜ ਗਿਆਨ ਇੰਦਰੀਆਂ ਤੇ ਪੰਜ ਕਰਮ ਇੰਦਰੀਆਂ ਵਿੱਚ। ਸਰੀਰ ਤੋਂ ਉੱਪਰ ਉੱਠੋਗੇ, ਇੰਦਰੀਆਂ ਤੱਕ ਜਾਓਗੇ ਕਿ ਇੰਦਰੀਆਂ ਦੇ ਆਸ਼ਰਿਤ ਹੀ ਇਹ ਸਰੀਰ ਚੱਲਦਾ, ਜੇ ਇੰਦਰੀਆਂ ਨਹੀਂ ਤੇ ਸਰੀਰ ਨਹੀਂ ਚੱਲ ਸਕਦਾ। ਇੰਦਰੀਆਂ ਤੋਂ ਵੀ ਅਤੀਤ ਹੋਣ ਲਈ ਕਿ ਫਿਰ ਇੰਦਰੀਆਂ ਦਾ ਮੈਂ ਜਾਣਨੇ ਵਾਲਾ, ਇੰਦਰੀਆਂ ਨੂੰ ਪ੍ਰੇਰਨਾ ਕਰਨ ਵਾਲਾ ਇਹਨਾਂ ਤੋਂ ਵੱਖਰਾ ਹਾਂ, ਫਿਰ ਸਾਡੇ ਪ੍ਰਾਣਾਂ ਤੱਕ ਪਕੜ ਹੋਵੇਗੀ ਕਿ ਇੰਦਰੀਆਂ ਪ੍ਰਾਣਾਂ ਦੇ ਆਸ਼ਰਿਤ ਚੱਲਦੀਆਂ ਨੇ। ਇੰਦਰੀਆਂ ਨੂੰ ਪ੍ਰਾਣਾਂ ਵਿੱਚ ਲੈ ਕਰਨਾ, ਸਰੀਰ ਨੂੰ, ਤਨ ਨੂੰ ਇੰਦਰੀਆਂ ਵਿੱਚ, ਇੰਦਰੀਆਂ ਨੂੰ ਪ੍ਰਾਣਾਂ ਵਿੱਚ, ਪ੍ਰਾਣਾਂ ਨੂੰ ਫਿਰ ਮਨ ਦੇ ਵਿੱਚ ਲੈ ਕਰਨਾ ਕਿ ਜਿਹੜੇ ਪ੍ਰਾਣਾਂ ਦੇ ਆਸ਼ਰਿਤ ਤਾਂ ਨਹੀਂ ਨਾ ਕੱਲੀਆਂ ਇੰਦਰੀਆਂ ਚੱਲਦੀਆਂ,
ਜੇ ਮਨ ਨਾ ਪ੍ਰੇਰੇ ਤਾਂ ਇੰਦਰੀਆਂ ਕਿਵੇਂ ਚੱਲਣ? ਮਨ ਕਹਿੰਦਾ ਵੇਖੋ ਤੇ ਅੱਖਾਂ ਵੇਖਦੀਆਂ ਨੇ, ਮਨ ਕਹਿੰਦਾ ਸੁਣੋ ਤੇ ਕੰਨ ਸੁਣਦੇ ਨੇ, ਮਨ ਕਹਿੰਦਾ ਬੋਲ ਤਾਂ ਰਸਨਾ ਬੋਲਦੀ ਹੈ, ਇਸ ਕਰਕੇ ਮੈਂ ਮਨ ਹਾਂ। ਫਿਰ ਕਹਿੰਦੇ ਨਹੀਂ, ਤੂੰ ਮਨ ਵੀ ਨਹੀਂ ਹੈ। ਮਨ ਤੋਂ ਪਰੇ ਸਾਡੀ ਬੁੱਧੀ ਨਜ਼ਰ ਆਉਂਦੀ ਹੈ, ਫਿਰ ਉਸ ਮਨ ਨੂੰ ਉਸ ਬੁੱਧੀ ਦੇ ਵਿੱਚ ਵਿਲੈ ਕਰਨਾ। ਕੀ ਫਿਰ ਮੈਂ ਬੁੱਧੀ ਹਾਂ ਜੋ ਨਿਰਣਾ ਕਰਦੀ ਹੈ? ਤਾਂ ਮਹਾਪੁਰਸ਼ ਕਹਿੰਦੇ ਆ ਵੀ ਜਦੋਂ ਬੁੱਧ ਤੱਕ ਪਹੁੰਚਣਾ ਤੇ ਫਿਰ ਵੇਖਣਾ ਕਿ ਗੂੜੀ ਨਿੰਦਰਾ ਵਿੱਚ ਇਹ ਬੁੱਧੀ ਵੀ ਨਹੀਂ ਰਹਿੰਦੀ। ਜਦੋਂ ਬਿਲਕੁਲ ਅਸੀਂ ਗੂੜੀ ਨੀਂਦ 'ਚ ਚਲੇ ਜਾਈਏ, ਆਪਾਂ ਕਹਿੰਦੇ ਅੱਜ ਤਾਂ ਪਤਾ ਹੀ ਨਹੀਂ ਰਿਹਾ ਵੀ ਕਿੱਥੇ ਪਏ ਸੀ, ਯਾਨੀ ਕਿ ਉਦੋਂ ਬੁੱਧੀ ਵੀ ਨਹੀਂ ਰਹਿ ਜਾਂਦੀ। ਪਰ ਉਸ ਬੁੱਧੀ ਤੋਂ ਪਰੇ ਕੁਝ ਐਸਾ ਹੈ ਜਿਹੜਾ ਘਟੋ ਘਟ ਇਹ ਤਾਂ ਕਹਿ ਰਿਹਾ ਨਾ ਵੀ ਬੜਾ ਸੁੱਖ ਆਇਆ। ਉਹਨੇ ਕਿਸੇ ਕੋਈ ਨਾ ਕੋਈ ਚੀਜ਼ ਸੀ ਜਿਸ ਨੇ ਉਹਨੂੰ ਵੀ ਅਨੁਭਵ ਕੀਤਾ, ਉਹਨੂੰ ਕਾਰਨ ਸਰੀਰ ਕਹਿੰਦੇ ਆ। ਸਥੂਲ ਸੂਖਮ ਤੇ ਫਿਰ ਅੱਗੇ ਕਾਰਨ ਸਰੀਰ। ਏਦਾਂ ਉਹਦੇ ਚ ਲੈ ਕਰਦੇ ਆ। ਫਿਰ ਉਸ ਨੂੰ ਜਿਹੜਾ ਚੇਤਨਤਾ ਦੇਣ ਵਾਲਾ ਹੈ, ਕਾਰਨ ਸਰੀਰ ਜਿਸ ਦੇ ਆਸ਼ਰਿਤ ਹੈ, ਉਹ ਹੈ ਬ੍ਰਹਮ ਸਵਰੂਪ। ਉੱਥੇ ਜਦੋਂ ਸੁਰਤ ਚਲੀ ਜਾਏ, ਚਿੰਤਨ ਕਰਦਿਆਂ ਇੱਕ ਨੂੰ ਦੂਜੇ ਵਿੱਚ, ਦੂਜੇ ਨੂੰ ਤੀਜੇ ਵਿੱਚ, ਤੀਜੇ ਨੂੰ ਚੌਥੇ ਵਿੱਚ, ਚੌਥੇ ਨੂੰ ਪੰਜਵੇਂ ਵਿੱਚ ਲੈ ਕਰਦਿਆਂ ਫਿਰ ਆਤਮ ਰਾਮ ਦੇ ਦਰਸ਼ਨ ਹੁੰਦੇ ਆ। ਇਹਨੂੰ ਲੈ ਚਿੰਤਨ ਕਹਿੰਦੇ। ਉਹਦੇ ਲੈ ਚਿੰਤਨ ਗੁਰੂ ਕਿਰਪਾ ਤੋਂ ਬਿਨਾਂ ਸੰਭਵ ਨਹੀਂ। ਗੁਰੂ ਅਰਜਨ ਸਾਹਿਬ ਬਾਬਾ ਮਹਾਦੇਵ ਜੀ ਨੂੰ ਲੈ ਚਿੰਤਨ ਕਰਾਉਂਦੇ ਆ। ਬਾਬਾ ਜੀ ਤੁਸੀਂ ਇਹ ਸਰੀਰ ਨਹੀਂ ਹੋ। ਕਹਿੰਦੇ ਮਹਾਰਾਜ ਫਿਰ ਮੈਂ ਇੰਦਰੀਆਂ ਹਾਂ। ਇੰਦਰੀਆਂ ਵੀ ਨਹੀਂ ਹੋ। ਇੰਦਰੀਆਂ ਤੋਂ ਸੁਰਤ ਹੋਰ ਅੰਦਰ ਗਈ। ਮਹਾਰਾਜ ਮਨ ਹਾਂ, ਪ੍ਰਾਣ ਹਾਂ। ਮਹਾਰਾਜ ਜੀ ਕਹਿੰਦੇ ਇਹ ਵੀ ਨਹੀਂ ਹੋ। ਕਾਰਨ ਸਰੀਰ ਮਹਾਰਾਜ ਜੀ ਕਹਿੰਦੇ ਇਹ ਵੀ ਨਹੀਂ ਹੋ। ਜਦੋਂ ਅੱਗੇ ਗਏ ਤੇ ਬਸ ਫਿਰ ਚੁੱਪ ਹੋ ਗਏ, ਨੇਤਰ ਮੁੰਦ ਗਏ। ਬਾਬਾ ਮਹਾਦੇਵ ਜੀ ਦੀ ਸਮਾਧੀ ਲੱਗ ਗਈ। ਬ੍ਰਹਮਾਕਾਰ ਬਿਰਤੀ ਦੇ ਆਨੰਦ ਵਿੱਚ ਝੂਲਣ ਲੱਗੇ। ਤਕਰੀਬਨ 1 ਪਹਿਰ ਤੱਕ ਬਾਬਾ ਜੀ ਦੇ ਨੇਤਰ ਬੰਦ ਰਹੇ। ਗੁਰੂ ਅਰਜਨ ਸਾਹਿਬ ਵੀ ਅਡੋਲ ਬੈਠੇ ਰਹੇ। 1 ਪਹਿਰ ਤੋਂ ਬਾਅਦ ਮਹਾਰਾਜ ਜੀ ਬੋਲੇ, ਬਾਬਾ ਮਹਾਦੇਵ ਜੀ ਅੱਖਾਂ ਖੋਲੋ, ਜੋ ਅੰਦਰ ਵੇਖਦੇ ਹੋ ਬਾਹਰ ਵੀ ਹੈ। ਅੱਖਾਂ ਖੋਲੀਆਂ ਤੇ ਬਾਹਰ ਵੀ ਉਹੀ ਬ੍ਰਹਮਾ ਹੀ ਬ੍ਰਹਮ ਹੀ ਬ੍ਰਹਮ ਸਵਰੂਪ। ਜੋ ਮੈਂ ਪ੍ਰਾਰੰਭ ਵਿੱਚ ਬੇਨਤੀ ਕੀਤੀ ਸੀ ਨਾ, ਕਰਤਾ ਕਿਰਿਆ ਤੇ ਕਰਮ ਦੇ ਵਿੱਚ ਜਿਹੜੀ ਚੇਤਨਤਾ ਜਦੋਂ ਇੱਕਮਿਕ ਹੋ ਜਾਂਦੀ ਹੈ, ਫਿਰ ਚੇਤਨ ਚੇਤਨ ਨੂੰ ਵੇਖਦਾ ਹੈ। ਜਦੋਂ ਅੰਦਰ ਚੇਤਨ ਵੇਖ ਲਿਆ, ਫਿਰ ਉਹ ਚੇਤਨ ਬਾਹਰਲੇ ਚੇਤਨ ਨੂੰ ਹੀ ਵੇਖਦਾ। ਜਦੋਂ ਅੰਦਰਲਾ ਚੇਤਨ ਬਾਹਰਲੇ ਚੇਤਨ ਨੂੰ ਵੇਖਦਾ, ਉਹਨੂੰ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਤਾਂ ਉਹੀ ਗੋਬਿੰਦੀ ਗੋਬਿੰਦੀ ਉਹੀ ਹੈ, ਉਹਦੇ ਬਿਨਾ ਕੋਈ ਦੂਜਾ ਨਹੀਂ। ਗਰੀਬਨ ਬਾਗ ਸਾਹਿਬ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜੋ ਤੂੰ ਆਪਣੇ ਭੀਤਰ ਵੇਖ ਰਿਹਾ, ਬਾਹਰ ਵੀ ਹੈ। ਬਾਹਰ ਭੀਤਰ ਏਕੋ ਜਨ ਇਹੋ ਗੁਰ ਗਿਆਨ ਬਤਾਈ। ਆ ਗਿਆਨ ਗੁਰੂ ਨੇ ਸਾਨੂੰ ਦੱਸਿਆ ਕਿ ਬਾਹਰ ਤੇ ਭੀਤਰ ਇੱਕ ਨੂੰ ਹੀ ਜਾਣੋ ਕਿ ਇੱਕੋ ਹੀ ਹੈ। ਅੰਦਰ ਵੀ ਨੈਣ ਮੀਟਿਆ ਅੰਦਰ ਦਿਸਦਾ। ਡਾਕਟਰ ਭਾਈ ਵੀਰ ਸਿੰਘ ਜੀ ਉਹ ਕਹਿੰਦੇ ਨੈਣ ਮੀਟਿਆ ਅੰਦਰ ਦਿਸਦਾ, ਖੁੱਲਿਆਂ ਬਾਹਰ ਦਸਾਈ ਹੈ। ਨੈਣ ਮੀਟਿਆ ਅੰਦਰ ਦਿਸਦਾ ਤੇ ਬਾਹਰ ਵੀ ਹੈ। ਬਾਹਰ ਭੀਤਰ ਏਕੋ ਜਨ ਇਹ ਗੁਰ ਗਿਆਨ ਬਤਾਈ। ਇਹੋ 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 ਗੁਰ ਗਿਆਨ
ਬਤਾਈ। ਮਹਾਰਾਜ ਜੀ ਕਹਿੰਦੇ ਬਾਹਰ ਭੀਤਰ ਇੱਕ ਨੂੰ ਹੀ ਜਾਣੋ, ਇਹ ਗੁਰੂ ਨੇ ਸਾਨੂੰ ਗਿਆਨ ਦੱਸਿਆ ਹੈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆਪਣੇ ਆਪੇ ਨੂੰ ਜਾਣੇ ਬਿਨਾ ਜਿਹੜੀ ਭਰਮ ਦੀ ਕਾਈ ਜੰਮੀ ਹੋਈ ਨਾ, ਜਿਵੇਂ ਪਾਣੀ ਦੇ ਉੱਤੇ ਕਾਈ ਨਹੀਂ ਜੰਮ ਜਾਂਦੀ, ਤੇ ਜੇ ਕਾਈ ਜੰਮ ਜੇ ਹਰੇ ਜੇ ਰੰਗ ਦੀ ਤੇ ਥੱਲਿਓਂ ਪਾਣੀ ਨਹੀਂ ਦਿਸਦਾ। ਉਸ ਕਾਈ ਦੇ ਉੱਤੇ ਮਿੱਟੀ ਕੱਟਾ ਕੱਖ ਕੰਡਾ ਪੈ ਕੇ ਫਿਰ ਪਤਾ ਹੀ ਨਹੀਂ ਲੱਗਦਾ, ਉਹ ਜਾਲਾ ਇੰਨਾ ਸੰਘਣਾ ਜਿਹਾ ਹੁੰਦਾ ਚੱਲਿਆ ਜਾਂਦਾ ਕਿ ਥੱਲੇ ਪਾਣੀ ਉਜਵਲ ਵੀ ਹੋਵੇ ਤੇ ਨਜ਼ਰ ਨਹੀਂ ਆਉਂਦਾ। ਅਕਸਰ ਖੜੇ ਪਾਣੀਆਂ ਦੇ ਵਿੱਚ ਉੱਪਰ ਜਾਲਾ ਜੰਮ ਜਾਂਦਾ। ਸਾਹਿਬ ਕਹਿੰਦੇ ਜਦੋਂ ਤੱਕ ਤੁਸੀਂ ਆਪਣਾ ਆਪਾ ਨਹੀਂ ਜਾਣਦੇ ਕਿ ਮੇਰਾ ਆਪਾ ਕੀ ਹੈ, ਮੇਰਾ ਵਜੂਦ ਕੀ ਹੈ, ਇਹ ਜਿਹੜੀ ਭਰਮ ਦੀ ਕਾਈ ਉੱਤੇ ਪਈ ਹੋਈ ਹੈ ਨਾ, ਇਹ ਮਿਟਣੀ ਨਹੀਂ ਹੈ। ਕਈ ਤਰ੍ਹਾਂ ਦੇ ਭਰਮ ਉਦੋਂ ਤੱਕ ਹਿਰਦੇ 'ਚ ਪੈਦਾ ਹੁੰਦੇ ਰਹਿਣੇ ਨੇ। ਕਿਸੇ ਨੇ ਕਹਿ ਦਿੱਤਾ, ਕਿਸੇ ਦੇ ਕਹਿਣ ਤੇ ਹੀ ਭਰਮ ਪੈ ਜਾਂਦਾ। ਕਿਸੇ ਕਹਿ ਦਿੱਤਾ ਨਾ ਬਈ ਤੁਸੀਂ 10 ਜਣੇ ਨਹੀਂ 9 ਜਣੇ ਹੋ, ਪਤਾ ਵੀ ਹੋਵੇ ਵੀ 10 ਜਣੇ ਆ, ਪਰ ਜੇ ਗਿਆਨ ਨਹੀਂ ਹੈ ਤਾਂ ਕਿਸੇ ਦੇ ਕਹਿਣ ਤੇ ਅਸੀਂ ਆਪਣੇ ਆਪ ਨੂੰ 9 ਹੀ ਸਮਝ ਲੈਣਾ, ਭਾਵੇਂ ਹੋਈਏ 10 ਹੀ। ਕਹਿਣ ਤੇ ਭਰਮ, ਉਹ ਭਰਮਗ੍ਰਸਤ ਬੰਦਾ ਫਿਰ ਕਹਿੰਦਾ ਚਲੋ ਵੇਖੀਏ ਤੇ ਸਹੀ ਗਿਣ ਕੇ ਵੀ 9 ਆ ਕੇ 10 ਆ। ਜਿਨ੍ਹਾਂ ਨੇ ਆਪਣੇ ਆਪੇ ਨੂੰ ਨਹੀਂ ਚੀਨਿਆ ਉਹ ਹਮੇਸ਼ਾ ਭਰਮਗ੍ਰਸਤ ਰਹਿੰਦੇ ਨੇ, ਔਰ ਕਦੇ ਵੀ ਕੋਈ ਵੀ ਉਹਨਾਂ ਦੇ ਹਿਰਦੇ 'ਚ ਭਰਮ ਪਾ ਦੇਗਾ। ਰਾਹ ਟੁਰਿਆ ਜਾਂਦਾ ਬੰਦਾ ਭਰਮ ਪਾ ਦਿੰਦਾ। ਜਿਹੜੇ ਆਪਣੇ ਆਪੇ ਨੂੰ ਜਾਣ ਲੈਂਦੇ ਨੇ, ਸੱਤ ਦੇ ਨਾਲ ਅਭੇਦ ਹੋ ਜਾਂਦੇ ਨੇ, ਭਾਵੇਂ ਕੋਈ ਮਹਾ ਪੰਡਤ ਵੀ ਆ ਕੇ ਉਹਨਾਂ ਨੂੰ ਭਰਮ ਪਾਣਾ ਚਾਹੇ, ਉਹ ਭਰਮਗ੍ਰਸਤ ਨਹੀਂ ਹੁੰਦੇ। ਹਾਂਜੀ। ਧਨਾਸਰੀ ਮਹੱਲਾ ਨਾਵਾਂ। ਸਾਧੋ ਇਹੋ ਜਗ ਭਰਮ ਭੁਲਾਨਾ। ਰਾਗ ਧਨਾਸਰੀ ਵਿੱਚ ਮਹੱਲਾ ਨਾਵਾਂ 9ਵੇਂ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ। ਸਾਧੋ ਇਹੋ ਜਗ ਭਰਮ ਭੁਲਾਨਾ। ਆ ਜਿਹੜਾ ਜਗਤ ਹੈ ਇਹ ਭਰਮ ਕਰਕੇ ਭੁੱਲਿਆ ਹੋਇਆ, ਭਰਮ ਨਹੀਂ ਭੁਲਾਇਆ ਹੋਇਆ ਸਾਰਾ ਜਗਤ। ਕਿਉਂ ਭੁੱਲਿਆ ਹੋਇਆ ਭਰਮ ਕਰਕੇ? ਇਹਦਾ ਕਾਰਨ ਕੀ ਹੈ ਦੱਸਦੇ ਹਨ। ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹੱਥ ਬਿਕਾਨਾ। ਇਹਦਾ ਕਾਰਨ ਹੈ ਕਿ ਇਹਨੇ ਰਾਮ ਦੇ ਨਾਮ ਦਾ ਸਿਮਰਨ ਛੱਡਿਆ ਹੋਇਆ ਤੇ ਮਾਇਆ ਦੇ ਹੱਥ ਵਿਕਿਆ ਫਿਰਦਾ। ਤਾਂ ਇਹ ਜਗਤ ਸਾਧੋ ਭਰਮ ਕਰਕੇ ਭੁੱਲਿਆ ਹੋਇਆ, ਕਿਉਂਕਿ ਇਹਨੇ ਰਾਮ ਨਾਮ ਦਾ ਸਿਮਰਨ ਛੱਡ ਦਿੱਤਾ, ਰਾਮ ਨਾਮ ਨੂੰ ਚੇਤੇ ਕਰਨਾ ਛੱਡ ਦਿੱਤਾ, ਔਰ ਮਾਇਆ ਦੇ ਹੱਥ ਵਿਕ ਗਿਆ। ਮਾਇਆ ਹਾਥ ਬਿਕਾਨਾ, ਵਿਕਿਆ ਹੋ ਗਿਆ। ਇਹ ਇਨਸਾਨ, ਇਹ ਮਨੁੱਖ ਮਾਇਆ ਦੇ ਹੱਥ ਵਿਕ ਗਿਆ। ਰਹਾਉ ਮਾਤ ਪਿਤਾ ਭਾਈ ਸੁਤ ਬਨਤਾ, ਤਾ ਕਾ ਰਸ ਲਪਟਾਨਾ। ਮਾਂ ਪਿਓ ਭਰਾ ਪੁੱਤਰ ਬਨਤਾ ਘਰ ਵਾਲੀ। ਮਹਾਰਾਜ ਜੀ ਕਹਿੰਦੇ ਇਹਨਾਂ ਦੇ ਰਸ ਵਿੱਚ ਹੀ, ਇਹਨਾਂ ਦੀ ਮਮਤਾ ਵਿੱਚ ਹੀ ਲਪਟਿਆ ਹੋਇਆ। ਇਹਨਾਂ ਤੋਂ ਉੱਪਰ ਸੁਰਤ ਕਿਤੇ ਦੂਜੇ ਪਾਸੇ ਜਾਂਦੀ ਨਹੀਂ। ਇੱਥੇ ਜਿਵੇਂ ਕੋਲੂ ਦਾ ਬੈਲ ਨਹੀਂ ਘੁੰਮੀ ਜਾਂਦਾ ਕੋਲੂ ਦੇ ਆਲੇ ਦੁਆਲੇ, ਏਦਾਂ ਬਸ ਇਹਨਾਂ ਪਿੱਛੇ ਆਲੇ ਦੁਆਲੇ ਸੁਰਤ ਨੂੰ ਘੁਮਾਈ ਫਿਰਦਾ, ਆਪਣੇ ਨਿਜਾਪੇ ਨੂੰ ਜਾਣਨ ਦਾ ਯਤਨ ਹੀ ਨਹੀਂ ਕਰਦਾ। ਹਾਂਜੀ। ਜੋਬਨ ਧਨ ਪ੍ਰਭਤਾ ਕੈ ਮਦ ਮੈਂ, ਅਹਨਿਸ ਰਹਿ ਦੀਵਾਨਾ। ਜਵਾਨੀ ਧਨ ਤੇ ਪ੍ਰਭਤਾ ਵਡਿਆਈ ਨੂੰ ਕਹਿੰਦੇ ਆ। ਵਡਿਆਈ ਦੇ ਹੰਕਾਰ ਦੇ ਨਸ਼ੇ ਵਿੱਚ ਇਹ ਰਾਤ ਦਿਨ ਦੀਵਾਨਾ ਹੋਇਆ ਫਿਰਦਾ, ਪਾਗਲ ਹੋਇਆ ਫਿਰਦਾ। ਜਵਾਨੀ ਦਾ ਨਸ਼ਾ, ਨਸ਼ਾ ਤਾਂ ਇਹ ਨਹੀਂ ਮਾਣ ਹੁੰਦਾ। ਫਿਰ ਦੂਜਾ ਧਨ ਦਾ ਨਸ਼ਾ, ਜਵਾਨੀ ਹੋਵੇ ਫਿਰ ਧਨ ਹੋਵੇ, ਜੇਬ ਵਿੱਚ 4 ਛਿੱਲੜ ਹੋਣ। ਤੀਜਾ ਵਡਿਆਈ ਹੋਵੇ, ਰੁਤਬਾ ਹੋਵੇ, ਸਟੇਟਸ ਹੋਵੇ, ਕਹੇ ਮੈਂ ਫਲਾਣੇ ਰੁਤਬੇ ਤੇ ਆ, ਤੇ ਲੋਕ ਤਾਂ ਕਹਿਣਗੇ ਵਾਹ ਕਿਆ ਜ਼ਿੰਦਗੀ ਹੈ ਇਸ ਬੰਦੇ ਦੀ।
जवान भी रज के 7 फुट उच्चा कद है, जवानी है, धन बली है, 4 पैसे भी हैं जेब च ते वडियाई भी है, अगे पिछे नौकर चाकर फिरदे है, लोग आखणगे वाह क्या जिंदगी। जदों साहब 9वें पातशाह वेखदे ने भी हंकार विच ही टुरिया फिरदा तां मेरे साहब कहंदे है पागल है दीवाना, वाहिगुरू पागल है। जे हंकार है, हाँ जवानी होनी, माया होनी, प्रभुता होनी, ये कोई माड़ी नहीं है, पर ओदा हंकार होना माड़ा है, ओदी हौमै होनी माड़ी। जदों ओदी हौमै है नाल ओदे हंकार दे विच ये बंदे नूं बंदा ना समझे, रब दे बनाए जीआं नूं जी ना समझे, लताड़दा फिरे पैरां दे थल्ले। मैनूं कल ही किसे सज्जण दस्सिया त्रासदी वेखो साडे जिस समाज दे विच असीं रहिंदे हां। कोई सज्जण दिल्ली दे विच कोरोना दी महामारी करके परसों शरीर छड्ड गया। कहंदे एक ऑक्सीजन दा जिहड़ा सिलेंडर है ਉਹਦੀ ਕਰੀ ਕੁੱਲ ਲਾਗਤ ਕੋਈ 900,000 ਰੁਪਏ ਦੀ, 80,000 ਰੁਪਏ ਦਾ ਘਰ ਵੇਚ ਕੇ ਗਿਆ ਉਹਨਾਂ ਨੂੰ। 80,000 ਰੁਪਇਆ ਦੇ ਕੇ ਵੀ ਖਾਲੀ ਸਿਲੰਡਰ ਵਿੱਚ ਥੋੜੀ ਜਿਹੀ ਗੈਸ ਉਹ 2-3 ਘੰਟਿਆਂ ਬਾਅਦ ਬੰਦ ਹੋ ਗਈ, ਮੁੜ ਕੇ ਉਹ ਬੰਦੇ ਹੀ ਨਹੀਂ ਲੱਭੇ ਕਿੱਥੇ ਨੇ। ਤੇ ਸਾਡਾ ਦੇਸ਼ ਡਿਜੀਟਲ ਇੰਡੀਆ ਬਣ ਰਿਹਾ ਹੈ, ਇਹ ਦੇਸ਼ ਹੈ ਕਿੰਨੀਆਂ ਤਰੱਕੀਆਂ ਦੀਆਂ ਲੀਹਾਂ ਤੇ। ਤੋ ਕੇਵਲ ਤਾਂ ਕੇਵਲ ਸਵਾਰਥ ਦਾ ਯੋਗੀ ਰਹਿ ਗਿਆ, ਇਨਸਾਨੀਅਤ ਜਿਹੜੀ ਆ ਮਨੁੱਖ ਦੇ ਹਿਰਦੇ ਚੋਂ ਖਤਮ ਹੋ ਗਈ। ਇਹਨੂੰ ਕਹਿੰਦੇ ਆ ਕਲੀ ਕਾਲ ਸਿਰੇ ਚੜ ਕੇ ਨੱਚ ਰਿਹਾ ਹੈ। ਕਲਯੁਗ ਵਿੱਚ ਕੋਈ ਸੂਰਜ ਚੰਦਰਮਾ ਤਾਰੇ ਥੋੜੀ ਬਦਲੇ ਨੇ, ਏਦਾਂ ਦੇ ਭ੍ਰਸ਼ਟ ਲੋਕ ਵੱਧ ਗਏ ਨੇ। ਹਾਂਜੀ, दीन दयाल सदा दुख भंजन तास्यो मन ना लगाना। दीना ते दया करन वाले दयालु प्रभु ਜਿਹੜਾ ਸਾਰੇ ਸੰਸਾਰ ਦੇ ਜੀਵਾਂ ਦੇ ਦੁੱਖਾਂ ਨੂੰ ਭੰਨਣ ਵਾਲਾ ਹੈ, ਉਹਦੇ ਨਾਲ ਇਸ ਮਨੁੱਖ ਨੇ ਆਪਣਾ ਮਨ ਨਹੀਂ ਲਾਇਆ, ਉਸ ਨਾਲ ਇਸ ਜੀਵ ਨੇ ਆਪਣੇ ਮਨ ਨੂੰ ਨਹੀਂ ਜੋੜਿਆ। ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਈ ਪਛਾਨਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਕਰੋੜਾਂ ਵਿੱਚੋਂ ਕਿਸੇ ਇੱਕ ਨੇ, ਕਰੋੜਾਂ ਵਿੱਚੋਂ ਕਿਨਹੂ ਕਿਸੇ ਵਿਰਲੇ ਨੇ ਗੁਰੂ ਦੇ ਮੁਖ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ। ਕੋਟਨ ਮੈਂ ਨਾਨਕ ਕੋ नारायण जिह चीज। सतगुरु जी कृपा करन, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਦੀ ਬੇਨਤੀ ਹੈ ਕਿ ਮੌਸਮ ਦੀ ਤਬਦੀਲੀ ਅਨੁਸਾਰ ਸੁਬਾਹ ਅੰਮ੍ਰਿਤ ਵੇਲੇ ਦੇ ਸਮੇਂ ਵਿੱਚ ਕੱਲ ਸਵੇਰੇ 26 ਤਰੀਕ ਤੋਂ ਸੋਮਵਾਰ ਤੋਂ ਸਮੇਂ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕਿਵਾੜ ਖੁੱਲਣ ਦਾ ਸਮਾਂ ਸਵੇਰੇ ਅੰਮ੍ਰਿਤ ਵੇਲੇ 2 ਵਜੇ ਹੈ। ਤਖਤ ਸਾਹਿਬ ਦੇ ਇਸ਼ਨਾਨ ਦੀ ਸੇਵਾ ਸਵੇਰੇ 2 ਤੋਂ 2:45 ਤੱਕ ਹੈ। ਨਿਤਨੇਮ 2:45 ਤੋਂ 3:45 ਤੱਕ। ਇਸੇ ਤਰ੍ਹਾਂ ਕੀਰਤਨ ਪ੍ਰਕਾਸ਼ ਸਾਰੀ ਜਿਹੜੀ ਸੇਵਾ ਹੈ ਆਸਾ ਜੀ ਦੀ ਵਾਰ ਦੀ, ਉਹ 4:45 ਤੋਂ 6:45 ਵਜੇ ਤੱਕ ਹੈ। ਕੱਲ ਇਤਿਹਾਸ ਦੀ ਜੋ ਕਥਾ ਹੈ ਸੁਬਾਹ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ, ਉਹ 7:45 ਤੋਂ 7:45 ਵਜੇ ਤੱਕ ਹੋਵੇਗੀ। ਆਪ ਜੀ ਨੇ ਸਮੇਂ ਮੁਤਾਬਕ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਸਰਵਣ ਕਰਕੇ, ਗੁਰਬਾਣੀ ਦੀ ਕਥਾ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।